ਸਰਕਾਰ ਮਦੀਨਾ ਸ਼ਰੀਫ ਦੇ ਵਿੱਚ ਜੰਗ ਹੋਈ ਨਾ ਜੀ ਕਿ ਸਰਕਾਰ ਦੇ ਸੁਹਾਬ ਨੇ ਭੇਜੇ ਗਏ ਮਹਿਮਾਨ ਨੇ ਪੰਜ ਮਾਸ਼ਾ ਪੀਰ ਇਹਨਾਂ ਨਾਲ ਪਾਕ ਬੀਬੀਆਂ ਆਈਆਂ अच्छा ਹਾਂ ਵੀ ਉਹਨਾਂ ਦੇ ਵੀ ਪਿੱਛੇ ਮਕਾਮ ਨੇ। अस्सलाम वालेकुम नादरीन, आप देख रहे हैं 44 टीवी। मैं आपका मेज़बान सरदार जवेद आशिर डोगर। तो आज हम आपको एक ऐसा दरबार दिखाने जा रहे हैं, यहाँ पर बुज़ुर्ग मौजूद हैं। उनको कहा जाता है कि जी पांच पीरों का आज आपको मकबरा दिखाएंगे। और ये जो पांच पीर हैं इनके बारे में आपको बताता चलूँ, 950 साल पहले ये मदीना शरीफ से यहाँ आते हैं, कसूर में आबाद होते हैं और इस्लाम की तबलीग करते हैं। तो मेरे साथ चलें, आपको दिखाते हैं पांच पीरों का दरबार दिखाते हैं, उनका मकबरा दिखाते हैं। यहाँ पर मैं आपको बताता चलूँ 950 साल पहले जब ये मदीना शरीफ से यहाँ पर आबाद हुए तो उसके बाद सैलाब आता है तो पूरा गाँव रोहेवाल जिसको शहर बोल लें वो बर्बाद हो जाता है। मगर ये जो पांच पीरों का मकबरा था वो उसी हालत में बाद रहा, इसको किसी किस्म का कोई आंच नहीं आई, अपनी असली हालत में मौजूद है। मगर कुछ इसको रिपेयरिंग ज़रूर की गई है, मगर बाकी ये अगर बात की जाए तो उसी हालत में मौजूद है अभी तक। यहाँ पर एक सुरंग मौजूद है, सुरंग के ऊपर मकबरा मौजूद है और यहाँ कहा जाता है कि ये पांच पीरों की बैठक है। यहाँ पर ये चिल्ला गया, यहाँ पर पांच पीर बैठकर इबादत किया करते थे और साथ में छोटी सी मस्जिद भी मौजूद है। तो बाकी यहाँ के जो गद्दी नशीन हैं उनसे बात करते हैं, उनसे जानते हैं। अगर मैं बताता चलूँ कि जो ये पांच पीर हैं इनका मकबरा, बाकी यहाँ के गद्दी नशीन मेरे पास मौजूद है, उनसे बात करते हैं, उनसे जान यहाँ पर आबाद है। अस्सलाम वालेकुम। वालेकुम सलाम। बाबा जी की हाल ने? खैर मी अल्लाह। बाबा जी की नाम है ਤੁਹਾਡਾ? ਮੁਹੰਮਦ ਅਲੀ। ਮੁਹੰਮਦ ਅਲੀ। ਬਾਬਾ ਜੀ ਤੁਸੀਂ ਇਹ ਦੱਸੋ ਕਿ ਕਿੰਨੀ ਦੇਰ ਤੋਂ ਤੁਸੀਂ ਇੱਥੇ ਬਾਬਾ ਜੀ ਦੀ ਖਿਦਮਤ ਕਰ ਰਹੇ ਹੋ? ਇਹ ਸਾਡੇ ਦਾਦਾ ਜੀ ਫਿਰ ਵਾਲਦ ਸਾਹਿਬ ਵੱਡੇ ਭਾਈ ਖਾਨਦਾਨੀ ਤੌਰ ਤੇ ਲਗੇ ਆ ਰਹੇ ਹੋ। ਖਾਨਦਾਨੀ ਦੌਰ ਤੇ ਲਗੇ ਹਨ। ਤੇ ਤੁਸੀਂ ਇਹ ਦੱਸੋ ਕਿ ਜਿਹੜੇ ਆ ਪੰਜ ਪੀਰਾਂ ਦੀ ਹਿਸਟਰੀ ਹੈ ਕਿ ਆ ਪੰਜ ਪੀਰ ਇੱਕੀ ਵਾਰੀ ਦੁਨੀਆ ਤੋਂ ਰੁਖਸਤ ਹੋਏ ਸੀ ਜਾਂ ਕਿਵੇਂ ਵਜ੍ਹਾ ਪੰਜ ਪੀਰ ਕਿਉਂ ਕਿਹਾ ਜਾਂਦਾ ਹੈ ਦਰਬਾਰ ਨੂੰ? ਜਿਸ ਵਕਤ ਸਰਕਾਰ ਮਦੀਨਾ ਸ਼ਰੀਫ ਦੇ ਵਿੱਚ ਜੰਗ ਹੋਈ ਨਾ ਜੀ ਕਿ ਸਰਕਾਰ ਦੇ ਸੁਹਾਬ ਨੇ ਭੇਜੇ ਗਏ ਮਹਿਮਾਨ ਨੇ ਪੰਜ ਅੱਛਾ। ਪੀਰ ਇਹਨਾਂ ਨਾਲ ਪਾਕ ਬੀਬੀਆਂ ਆਈਆਂ अच्छा ਹਾਂ ਵੀ ਉਹਨਾਂ ਦੇ ਵੀ ਪਿੱਛੇ ਮਕਾਮ ਨੇ। अच्छा, पाक बीबियाँ का भी यहाँ पर मज़ार मौजूद है। ये वो जो पांच पीर हैं ये करबला से यहाँ आए हैं ਹਾਂਜੀ जब करबला की जंग हुई थी। ਜੰਗ ਦੇ तो ਤੁਸੀਂ ਇਹ ਵੀ ਦੱਸੋ ਵੇਖਣ ਵਾਲਿਆਂ ਨੂੰ ਕਿ ਮੈਂ ਅੱਜ ਤੋਂ ਕੋਈ 800 ਸਾਲ ਪਹਿਲੇ ਇੱਕ ਸ਼ਹਿਰ ਸੀ ਰੋਏਵਾਲ ਅੱਛਾ ਕਿ ਪੰਜ ਪੀਰ ਸਰਕਾਰ ਦਾ ਮਜ਼ਾਰ ਉਸ ਵਕਤ ਵੀ ਇਸੇ ਤਰ੍ਹਾਂ ਹੀ ਕਾਇਮ ਸੀ ਮਾਸ਼ਾਅੱਲਾ ਕਿ ਅੱਜ ਵੀ ਉਹ ਕਾਇਮ ਹੈ ਕਿ ਉਹ ਦੁਨੀਆ ਗਰਕ ਹੋ ਸ਼ਹਿਰ ਗਈ। ਬਰਬਾਦ ਹੋ ਗਿਆ ਰੋਏਵਾਲ। ਹਾਂ ਤੇ ਉਹਦੇ ਵਿੱਚ ਇਹ ਨਹੀਂ ਕੁਛ ਵੀ ਕਰ ਸਕੀ, ਉਹ ਪੰਜ ਪੀਰ ਬਾਦ ਰਹਿਣ ਬਾਦ ਰਹੇ ਨੇ। ਤੇ ਜਿਹੜੀ ਇਹ ਸੋਲਿੰਗ ਦੇ ਵਿੱਚ ਇੱਕ ਛੋਟੀ ਜਿਹੀ ਬਣਾਈ ਗਈ ਹੈ ਮਸਜਿਦ ਤਰ੍ਹਾਂ, ਉਹ ਕੀ ਚੀਜ਼ ਹੈ? ਸੁਰੰਗ ਦੇ ਵਿੱਚ ਜਿਹੜੀ ਥੱਲੇ ਉਹ ਉਹ ਪੌੜੀਆਂ ਥੱਲੇ ਚਿਲੇਗਾ ਸਰਕਾਰ ਬੈਠਕ ਹੈ ਪੰਜਾਂ ਪੀਰਾਂ ਦੀ। ਪੰਜਾਂ ਪੀਰਾਂ ਦੀ ਬੈਠਕ। ਬੈਠਕ ਕੇ ਅੰਦਰ ਬਹਿ ਕੇ ਜਾਣਾ, ਤੁਸੀਂ ਇਬਾਦਤ ਕਰ ਸਕਦੇ ਜਾਂ ਨਫਲ ਅਦਾ ਕਰ ਸਕਦੇ, ਨਮਾਜ਼ ਪੜ੍ਹ ਸਕਦੇ। ਮਾਸ਼ਾਅੱਲਾ। ਇਹ ਪਹਿਲੋਂ ਦੀ ਜਦੋਂ ਦਾ ਦਰਬਾਰ ਸ਼ਰੀਫ ਬਣਿਆ ਉਦੋਂ ਦੀ ਮੌਜੂਦ ਹੈ ਜਾਂ ਬਾਅਦ ਤੇ ਤਮੀਰ ਕੀਤੀ ਗਈ? ਚਿਲੇਗਾ ਹਾਂਜੀ ਚਿਲੇਗਾ ਦੇ ਵਿੱਚ ਮਿੱਟੀ ਬੜੀ ਸੀ ਹਿਸਾਬ ਨਾਲ ਕਿ ਬੇਹਬਾ ਅੱਛਾ ਤੋਂ ਅੰਦਰੋਂ ਕੱਢ ਕੇ ਤੇ ਸਫਾਈ ਕਰਕੇ ਜਿਸ ਵਕਤ ਦਿਲ ਨੇ ਤਸਲੀਮ ਕੀਤਾ ਵੀ ਇਹ ਸਰਕਾਰ ਪੰਜਾਂ ਪੀਰਾਂ ਦੀ ਬੈਠਕ ਹੈ। ਮਾਸ਼ਾਅੱਲਾ। ਹਾਂ ਤੇ ਇਹ ਉਦੋਂ ਦੀ ਆਬਾਦ ਹੈ। ਉਸ ਤੋਂ ਪਹਿਲੇ ਆ ਢੇਰੀਆਂ ਸਨ ਜਿਹੜਾ ਨਾ ਉੱਤੇ ਆਬਾਦ ਸੀ, ਬਕਾਇਆ ਥੱਲੇ ਕੋਈ ਨਹੀਂ ਸੀ ਵੜਦਾ। ਤੇ ਤੁਸੀਂ ਬਾਬਾ ਜੀ ਦੀ ਕੋਈ ਕਰਾਮਾਤ ਦੱਸੋ ਪੰਜਾਂ ਪੀਰਾਂ ਦੀ ਕਿ ਇਹਨਾਂ ਦੀ ਕੀ ਕਰਾਮਾਤ ਨੇ? ਹਾਂ ਵੀ ਜੋ ਵੀ ਜੀ ਆਉਂਦਾ ਆਪਦਾ ਦਿਲ ਦੀ ਮੁਰਾਦ ਪੂਰੀ ਕਰਕੇ ਲਗਾ ਜਾਂਦਾ ਹੈ। ਨਹੀਂ, ਮਿਸਾਲ ਦੇ ਤੌਰ ਤੇ ਪੀਰ ਬੋਲਣਾ ਸੀਗਾ, ਉੱਥੇ ਉਹਨਾਂ ਦੱਸਿਆ ਕਿ ਜੀ ਸ਼ੇਰ ਆਉਂਦਾ ਸੀ, ਉਹ ਆਪਣੀ ਦਾੜੀ ਦੇ ਨਾਲ ਸਫਾਈ ਕਰਦਾ ਸੀ ਤੇ ਨਾਗ ਪਹਿਰਾ ਦਿੰਦੇ ਸੀ। ਇੱਥੇ ਵੀ ਇੰਜ ਸਿਰ ਕੱਪਾਂ ਦੀ ਧਰਤੀ ਹੈ ਤੇ ਸ਼ੇਰਾਂ ਦੀ ਜੂਹ ਹੈ। ਅੱਛਾ ਅੱਛਾ ਸਾਡੇ ਵੱਡੇ ਕਹਿੰਦੇ ਸੀ। ਅੱਛਾ, ਹਾਂ ਵੀ ਸਿਰ ਕੱਪਾਂ ਦੀ ਧਰਤੀ ਹੈ ਤੇ ਸ਼ੇਰਾਂ ਦੀ ਇਹ ਜੂਹ ਹੈ। ਸਿਰ ਕੱਪਾਂ ਤੋਂ ਕੀ ਮਤਲਬ ਹੈ ਬਾਬਾ ਜੀ? ਵੇਖਣਾ ਕਿ ਇੱਥੇ ਜਾਣਾ ਕੋਈ ਪਹੁੰਚ ਕੇ ਹੀ ਆਉਂਦਾ ਸੀ ਅੱਛਾ ਅੱਛਾ ਕਿ ਜੰਗਲ ਸੀ, ਉਜਾੜ ਸੀ, ਇੱਥੇ ਸ਼ੇਰਾਂ ਦੀ ਜੂਹ ਸੀ, ਸਾਰਾ ਵਜਾੜ ਹੀ ਆਇਆ ਸੀ। ਉਜਾੜ ਹੀ ਸੀ। ਤੇ ਇਹ ਜਿਹੜੀ ਬਾਬਾ ਜੀ ਦਾ ਮਕਬਰਾ, ਉਹਨਾਂ ਦੀ ਜਿਹੜੀ ਕਬਰ ਹੈ ਬਹੁਤ ਜ਼ਿਆਦਾ ਲੰਬੀ ਹੈ। ਹਾਂਜੀ। ਕਿ ਬਾਬਾ ਜੀ ਦਾ ਕੱਦ ਇੰਨਾ ਜ਼ਿਆਦਾ ਸੀ ਜਾਂ ਕਬਰ ਲੰਬੀ ਬਣਾਉਣ ਦਾ ਕੀ ਮਕਸਦ ਸੀ? ਵੀ ਬਾਬਾ ਜੀ ਸਾਡੇ ਵਡੇਰੇ ਜਾਣਦੇ ਸੀ ਅੱਛਾ ਅੱਛਾ, ਕਿ ਸਾਡੀ ਇਹ ਮਾਲੂਮਾਤ 'ਚ ਨਹੀਂ ਹੈਗੀ। ਤੁਹਾਡੇ ਇਲਮ 'ਚ ਨਹੀਂ ਹੈਗਾ। ਤੇ ਹੁਣ ਬਾਬਾ ਜੀ ਦਾ ਉਰਸ ਕਦੋਂ ਹੁੰਦਾ ਹੈ? ਕਿੰਨਿਆ ਯਾਨੀ ਕਿ ਉਹਦੀ 15 ਸਰਦੀ ਦੇ ਵਿੱਚ ਆਵੇਗਾ ਅੱਗੋਂ, ਅੱਛਾ ਅੱਛਾ ਤੇ ਹਾੜ ਦੀ ਤੀਸਰੀ ਜਮੇਰਾਤ ਪੋਹ ਦੀ 15 ਦੋ ਦਫਾ ਹੁੰਦਾ। ਲੈ ਆਉਂਦੇ ਆ। 11ਵੀਂ ਸ਼ਰੀਫ ਦਾ ਖਤਮ ਦਵਾਈ ਦਾ ਲੰਗਰ ਪੱਕਦਾ, ਚੰਨ ਦੀ 21 ਵਾਲੇ ਦਿਨ ਲੰਗਰ ਪੱਕਦਾ। ਤੇ ਇਹ ਦੋ ਮਕਬਰੇ ਨੇ, ਇੱਕ ਉਹ ਨਾਲ ਮਕਬਰਾ, ਇੱਕ ਇਹ ਮਕਬਰਾ ਹੈ। ਇਹ ਕੀ ਲਹਿਦਾ ਨੇ, ਕੀ ਵਜ੍ਹਾ ਹੈ? ਕਿ ਦੋ ਪੀਰ ਇੱਧਰ ਨੇ, ਅੱਛਾ, ਤਿੰਨ ਪੀਰ ਉਧਰ ਨੇ, ਤਿੰਨ ਢੇਰੀਆਂ ਉਧਰ ਨੇ, ਦੋ ਢੇਰੀਆਂ ਇੱਧਰ ਨੇ। ਟੋਟਲ ਪੰਜ ਪੀਰ। ਹਾਂਜੀ ਟੋਟਲ ਪੰਜ ਪੀਰ ਨੇ। ਤੇ ਅੱਗੇ ਪਿੱਛੇ ਵੀ ਲੋਕ ਇੱਥੇ ਆਉਂਦੇ ਨੇ, ਮੰਨਤਾਂ ਮੰਨਦੇ ਨੇ। ਹਾਂ ਵੀ ਜਿਵੇਂ ਰਾਤ ਹੋਵੇ, ਯਾਰੀ ਹੋਵੇ, ਅੱਗੇ ਪਿੱਛੇ ਵੀ ਜੀ ਆਉਂਦੇ ਜਾਂਦੇ ਨੇ। ਆਉਂਦੇ ਜਾਂਦੇ ਨੇ। ਹਾਂਜੀ। ਤੇ ਜਿਹੜੀਆਂ
ਪਾਕ ਦਾਮਨ ਬੀਬੀਆਂ ਦੀਆਂ ਮਕਬਰੇ ਨੇ ਉਹ ਇੱਥੇ ਹੀ ਨੇ ਜਾਂ ਉਹ ਕਿਤੇ ਹੋਰ ਦੇ ਨੇ? ਉਹ ਕਿਲਾ ਕਪੰਦ ਹੈਗਾ ਅਗਲੇ ਪਾਸੇ ਆ। अच्छा ਇੱਥੇ ही है ना? हाँ जी। जी नादरीन, ये देखा हमारे पास यहाँ 5 पीर के जो गदी नशीन हैं वो मौजूद थे। उनका कहना है कि यहाँ पर जो बाबा जी की चिल्लागाह वो बैठक थी, वहाँ पर जो 5 पीर थे वो बैठा करते थे, इबादत किया करते थे। साथ में छोटी सी मस्जिद भी हमने आपको दिखाई, जहाँ पर वो नमाज अदा किया करते थे। तो बाबा जी का कहना है कि ये जब करबला की जंग हुई उस वक़्त ये पीर यहाँ पहुँचे और इनके साथ पाक दामन यानी कि बीबियाँ भी मौजूद थी, जिनका यहाँ पर मकबरा मौजूद है। तबलीग वास्ते आए। तबलीग के लिए यहाँ पर पहुँचे और इस्लाम की तबलीग की, लोगों को मुसलमान किया। तो यहाँ पर 5 पीरों की धरती पर अगर देखा जाए तो कसीर तादाद में बाबा जी के मानने वाले आते हैं और यहाँ पर फैज़ याब होते हैं। तो इसी के साथ अपने मेज़बान सरदार जवेद आशिक डोगर को दीजिए इजाज़त। अल्लाह निगहबान।